ਹੈਲੋ एवरीवन, ਅੱਜ ਆਪਾਂ ਕਰ ਰਹੇ ਹਾਂ ਚੈਪਟਰ 3 ਮੈਟਲ ਐਂਡ ਨਾਨ ਮੈਟਲ ਦੀਆਂ ਕੁਝ ਬੇਸਿਕ ਸਾਇੰਟਿਫਿਕ ਟਰਮਸ। The first term है ductility. Ductility is the ability to deform without damage. बिना डैमेज किते किसी चीज़ नू दोबारा तो फॉर्म करना। The metals can be drawn into very thin wires. We can say that they are ductile. ਜਿਹੜੀਆਂ ਮੈਟਲਸ ਹੁੰਦੀਆਂ ਧਾਤੂਆਂ ਉਹਨਾਂ ਨੂੰ ਬਹੁਤ ਬਰੀਕ ਤਾਰਾਂ ਬਣਾ ਸਕਦੇ ਹਾਂ ਆਪਾਂ, ਇਸੇ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਉਹ ਜਿਹੜੀਆਂ ਮੈਟਲਸ ਆ ਉਹ ਡਕਟਾਈਲ ਹੁੰਦੀਆਂ, ਯਾਨੀ ਕਿ ਲਚਕੀਲਾਪਨ ਹੁੰਦਾ ਉਹਨਾਂ ਵਿੱਚ। एग्जाम्पल है जिस तरह गोल्ड, सिल्वर, कॉपर, ये सब की मैटल्स है बट डक्टाइल भी है। जिस तरह गोल्ड दे आपां किन्नी ज्वैलरी बना लेने आ, तारां बन जांदियां छोटियां छोटियां कॉपर दियां। तो मोस्ट डक्टाइल मैटल इज़ प्लैटिनम। पर सारियां मैटल्स चों सब तो ज़्यादा डक्टिलिटी किहड़ी मैटल च है? प्लैटिनम दे विच। नैक्सट टर्म है अपने कोले मैल्योबिलिटी, द प्रॉपर्टी ऑफ मैटल्स ड्यू टू विच they can be hammered into thin sheets। ਧਾਤੂ ਦੀ ਉਹ ਵਾਲੀ ਪ੍ਰੋਪਰਟੀ ਜਿਹਦੇ ਕਰਕੇ ਆਪਾਂ ਕਿਸੇ ਵੀ ਮੈਟਲ ਨੂੰ ਹੈਮਰਡ ਯਾਨੀ ਕਿ ਹਥੌੜੇ ਨਾਲ ਕੁੱਟ ਕੇ ਪਤਲੀਆਂ ਚਾਦਰਾਂ ਬਣਾ ਸਕਦੇ ਹਾਂ। ਐਗਜ਼ਾਮਪਲ ਹੈ ਜ਼ਿੰਕ, ਆਇਰਨ, ਕਾਪਰ, ਗੋਲਡ, ਲੈਡ, ਇਹਨਾਂ ਸਾਰਿਆਂ ਨੂੰ ਆਪਾਂ ਹਥੌੜੇ ਨਾਲ ਕੁੱਟ ਕੇ ਔਰ ਇਹ ਬਿਨਾਂ ਟੁੱਟੇ ਬਰੀਕ ਪਤਲੀਆਂ ਚਾਦਰਾਂ ਬਣ ਜਾਂਦੀਆਂ ਨੇ। ਤਾਂ ਮੋਸਟ ਮੈਲੀਏਬਲ ਮੈਟਲ ਇਜ਼ ਗੋਲਡ। ਸਾਰੀਆਂ ਮੈਟਲਸ 'ਚੋਂ ਸਭ ਤੋਂ ਜ਼ਿਆਦਾ ਮੈਲੀਏਬਲ ਮੈਟਲ ਯਾਨੀ ਕਿ ਕੁਟੀਨ ਯੋਗਤਾ ਕਿਸ ਦੀ ਸਭ ਤੋਂ ਜ਼ਿਆਦਾ ਹੁੰਦੀ ਹੈ? ਗੋਲਡ ਯਾਨੀ ਕਿ ਸੋਨੇ ਦੀ। ਨੈਕਸਟ ਟਰਮ ਹੈ ਆਪਣੇ ਕੋਲੇ ਮਿਨਰਲ। ਮਿਨਰਲ ਦਾ ਮਤਲਬ ਹੁੰਦਾ ਖਣਿਜ। ਦੀ ਕੰਪਾਊਂਡਸ ਆਫ ਮੈਟਲਸ ਵਿਚ ਅਕਰ ਇਨ ਨੇਚਰ ਔਰ ਅਰਥਸ ਕਰਸਟ, ਯਾਨੀ ਕਿ ਪ੍ਰਕਿਰਤੀ ਵਿੱਚ ਪਾਏ ਜਾਣ ਵਾਲੇ ਉਹ ਪਦਾਰਥ ਜਿਨ੍ਹਾਂ ਵਿੱਚ ਕੀ ਆ ਮੈਟਲਸ ਵੀ ਹੋ ਸਕਦੀਆਂ ਜਾਂ ਮੈਟਲ ਦੇ ਕੋਈ ਕੰਪਾਊਂਡ ਯਾਨੀ ਕਿ ਯੌਗਿਕ ਵੀ ਹੋ ਸਕਦੇ ਆ, ਉਸ ਨੂੰ ਆਪਾਂ ਬੋਲਦੇ ਹਾਂ ਮਿਨਰਲ ਜਾਂ ਖਣਿਜ। ਐਗਜ਼ਾਮਪਲ ਹੈ ਇਸ ਦੀ ਆਇਰਨ ਔਰ ਸਿਲਵਰ, ਗੋਲਡ ਜਾਂ ਜ਼ਿੰਕ। ਇਹ ਸਭ ਕੁਝ ਧਰਤੀ ਦੇ ਕਰਸਟ ਵਿੱਚ ਯਾਨੀ ਕਿ ਧਰਤੀ ਦੇ ਅੰਦਰ ਮੌਜੂਦ ਹੁੰਦੇ ਆ, ਇਹਨਾਂ ਨੂੰ ਆਪਾਂ ਬੋਲਦੇ ਹਾਂ ਮਿਨਰਲ। ਨੈਕਸਟ ਟਰਮ ਹੈ ਆਪਣੇ ਕੋਲੇ ਔਰ। A mineral from which metals can be extracted easily and profitably। ਔਰ ਦਾ ਮਤਲਬ ਹੁੰਦਾ ਕੱਚੀ ਧਾਤ, ਯਾਨੀ ਕਿ ਜੋ ਆਪਾਂ ਪਹਿਲਾਂ ਕੀਤਾ ਮਿਨਰਲਸ ਖਣਿਜ, ਉਹਨਾਂ ਵਿੱਚੋਂ ਹੁਣ ਅਗਰ ਆਪਾਂ ਪਿਓਰ ਮੈਟਲ ਨੂੰ ਐਕਸਟਰੈਕਟ ਕਰਨਾ ਹੋਵੇ ਪਰ ਉਹ ਬੜੀ ਆਸਾਨੀ ਨਾਲ ਹੋ ਸਕੇ ਔਰ ਲਾਹੇਵੰਦ ਹੋ ਸਕੇ, ਮਤਲਬ ਕਿ ਪ੍ਰੋਫਿਟ ਦੇ ਨਾਲ ਅਗਰ ਆਪਾਂ ਮੈਟਲਸ ਨੂੰ ਅਲੱਗ ਕਰ ਲਵਾਂਗੇ ਤਾਂ ਉਸ ਨੂੰ ਬੋਲਦੇ ਹਾਂ ਔਰ। ਨੈਕਸਟ ਟਰਮ ਹੈ ਆਪਣੇ ਕੋਲੇ ਗੈਂਕ। ਦੀ ਇੰਪਿਓਰਿਟੀਜ਼ ਲਾਈਕ ਰੌਕੀ ਮਟੀਰੀਅਲ, ਡਸਟ, ਮੋਇਸਚਰ ਐਕਸੈਟਰਾ ਪ੍ਰੈਜ਼ੈਂਟ ਅਲੋਂਗ ਵਿਦ ਦੀ ਔਰ। ਹੁਣ ਆਪਾਂ ਮਿਨਰਲਸ ਤੋਂ ਜਦੋਂ ਕੱਚੀ ਧਾਤ ਯਾਨੀ ਕਿ ਔਰ ਇੱਕ ਪ੍ਰੋਫਿਟ ਤਰੀਕੇ ਦੇ ਨਾਲ ਈਜ਼ੀਲੀ ਅਲੱਗ ਕਰ ਲੈਂਦੇ ਹਾਂ ਮੈਟਲਸ ਨੂੰ, ਤਾਂ ਉਸ ਤੋਂ ਬਾਅਦ ਚੋਂ ਜਿਹੜੀਆਂ ਇੰਪਿਓਰਿਟੀਜ਼ ਯਾਨੀ ਕਿ ਜਿਸ ਤਰ੍ਹਾਂ ਰੇਤ, ਮਿੱਟੀ, ਪੱਥਰ, ਇਹ ਜੋ ਵੀ ਮੈਟਲ ਦੇ ਨਾਲ ਆ ਜਾਂਦੀਆਂ ਉਸ ਨੂੰ ਆਪਾਂ ਬੋਲਦੇ ਹਾਂ ਗੈਂਗ। ਸਿਕਸਥ ਟਰਮ ਹੈ ਆਪਣੇ ਕੋਲੇ ਅਲੋਇਸ। ਅਲੋਏ ਦਾ ਮਤਲਬ ਹੁੰਦਾ ਮਿਸ਼ਰਤ ਧਾਤ। ਦੀ ਸੋਲਿਡ ਮਿਕਸਚਰ ਆਫ ਅ ਮੈਟਲ ਵਿਦ ਅ ਮੈਟਲ, ਯਾਨੀ ਕਿ ਇੱਕ ਸੋਲਿਡ ਮਿਕਸਚਰ ਇੱਕ ਧਾਤ ਦਾ ਦੂਸਰੇ ਧਾਤ ਨਾਲ ਔਰ ਅ ਨਾਨ ਮੈਟਲ ਜਾਂ ਇੱਕ ਮੈਟਲ ਦਾ ਦੂਸਰੀ ਨਾਨ ਮੈਟਲ ਦੇ ਨਾਲ, ਉਸ ਨੂੰ ਬੋਲਦੇ ਹਾਂ ਅਲੋਏ। ਐਗਜ਼ਾਮਪਲ ਹੈ ਇਸ ਦੀ ਬਰਾਸ, ਬ੍ਰੌਂਜ਼ ਜਾਂ ਬੈਲ ਮੈਟਲ। ਜਿਸ ਤਰ੍ਹਾਂ ਬਰਾਸ ਕਿਸ ਤੋਂ ਬਣਿਆ? ਕਾਪਰ ਐਂਡ ਜ਼ਿੰਕ, ਦੋ ਮੈਟਲਸ ਨੂੰ ਮਿਕਸ ਕਰਕੇ, ਤਾਂ ਬਰਾਸ ਨੂੰ ਆਪਾਂ ਕਹਾਂਗੇ ਅਲੋਏ। ਉਸੇ ਤਰ੍ਹਾਂ ਬ੍ਰੌਂਜ਼ ਐਂਡ ਬੈਲ ਮੈਟਲ ਕਿਹਦੇ ਨਾਲ ਬਣਦੀ ਹੈ? ਕਾਪਰ ਪਲੱਸ ਟਿਨ। ਨੈਕਸਟ ਹੈ ਕਿ ਪਰਪਸ ਕੀ ਹੈ? ਅਲੋਏ ਕਿਉਂ? ਆਪਾਂ ਪਿਓਰ ਮੈਟਲ ਕਿਉਂ ਨਹੀਂ ਯੂਜ਼ ਕਰ ਸਕਦੇ? ਤਾਂ ਪਰਪਸ ਆਫ ਮੇਕਿੰਗ ਅਲੋਏ ਟੂ ਇਨਕਰੀਜ਼ ਸਟਰੈਂਥ, ਤਾਂ ਕਿ ਮਜ਼ਬੂਤੀ ਬਣੀ ਰਹੇ। ਜੋ ਪਿਓਰ ਮੈਟਲ ਹੁੰਦੀ ਹੈ ਉਹ ਜਲਦੀ ਟੁੱਟ ਜਾਂਦੀ ਹੈ। ਦੂਸਰਾ ਹੈ ਟੂ ਪ੍ਰੀਵੈਂਟ ਕਰੋਜ਼ਨ। ਕਰੋਜ਼ਨ ਦਾ ਮਤਲਬ ਹੁੰਦਾ ਜੰਗ ਲੱਗਣਾ। ਰਸਟਿੰਗ ਨੂੰ ਰੋਕਣ ਦੇ ਲਈ ਵੀ ਆਪਾਂ ਕੀ ਹੈ? ਅਲੋਏ ਬਣਾਉਂਦੇ ਹਾਂ। ਤੀਸਰਾ ਹੈ ਟੂ ਪ੍ਰੋਡਿਊਸ ਸਾਊਂਡ। ਜਿਸ ਤਰ੍ਹਾਂ ਹੁਣੇ ਆਪਾਂ ਐਗਜ਼ਾਮਪਲ 'ਚ ਕੀਤਾ ਕਿ ਬੈਲ ਮੈਟਲ, ਤਾਂ ਬੈਲ ਜੋ ਹੁੰਦੀ ਹੈ ਉਹ ਕਿੰਨੀ ਆਵਾਜ਼ ਕਰਦੀ ਹੈ, ਤਾਂ ਅਲੋਏ ਜੋ ਹੈ ਉਹ ਸਾਊਂਡ ਪ੍ਰੋਡਿਊਸ ਕਰਦੇ ਆ ਮੈਟਲਸ ਨਾਲੋਂ ਜ਼ਿਆਦਾ। ਤਾਂ ਇਹ ਆਪਣੀ ਟਰਮ ਸੀਗੀ ਅਲੋਏ। ਪੁਆਇੰਟ ਹੈ ਕਿ ਅਲੋਏ ਦੇ ਆਪਣੀ ਕਾਮਨ ਲਾਈਫ ਦੇ ਵਿੱਚ ਯੂਜ਼ਸ ਕੀ ਕੀ? ਕੁਆਇਨਸ, ਲੌਕ,
ਸਕਰੂ ਜਾਂ ਫਿਰ ਸਟੈਚੂ ਬਣਾਉਣ ਦੇ ਲਈ, ਸ਼ਿਪਸ ਦੇ ਲਈ ਜਾਂ ਫਿਰ ਕੋਈ ਵੀ ਸਰਜੀਕਲ ਇੰਸਟਰੂਮੈਂਟ। ਨੈਕਸਟ ਟਰਮ ਹੈ ਆਪਣੇ ਕੋਲੇ ਐਂਫੋਟੈਰਿਕ ਆਕਸਾਈਡ। ਦੋਜ਼ ਮੈਟਲ ਆਕਸਾਈਡ ਵਿਚ ਕੈਨ ਰਿਐਕਟ ਵਿਦ ਐਸਿਡਸ ਐਜ਼ ਵੈਲ ਐਜ਼ ਵਿਦ ਦੀ ਬੇਸਿਸ। ਉਹ ਵਾਲੇ ਧਾਤੂਆਂ ਦੇ ਆਕਸਾਈਡ ਜਿਹੜੇ ਕਿ ਤੇਜ਼ਾਬ ਦੇ ਨਾਲ ਵੀ ਔਰ ਖਾਰੇ ਦੇ ਨਾਲ ਵੀ, ਐਸਿਡ ਬੇਸ ਦੋਨਾਂ ਦੇ ਨਾਲ ਰਿਐਕਟ ਕਰਦੇ ਆ ਔਰ ਦੋਨਾਂ ਦੀ ਹੀ ਪ੍ਰਕਿਰਤੀ ਦਿਖਾਉਂਦੇ ਆ, ਉਸ ਨੂੰ ਬੋਲਦੇ ਆ ਐਂਫੋਟੈਰਿਕ ਆਕਸਾਈਡ। एग्जाम्पल इसकी की हो सकती है एलुमिनियम ऑक्साइड और दूसरी है जिंक ऑक्साइड। देखो एलुमिनियम और जिंक दोनों मैटल है और इन्होंने दोनों के ऑक्साइड जो है एम्फोटेरिक ऑक्साइड है और वह दोनों एसिड नाल भी और बेसिस दे नाल दोनों दे नाल रिएक्ट करके वाटर बनाते हैं। तो स्टूडेंट्स ये चैप्टर 3 मैटल्स एंड नॉन मैटल दियाँ कुछ बेसिक साइंटिफिक टर्म्स सी जिस दे नाल पूरा चैप्टर समझण च तुहानूं आसानी होएगी। ध्यान नाल सुनना है, समझना है और चंगी तरह लर्न करना है। थैंक यू स्टूडेंट्स।